ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ ਜੀ। ਅੱਜ ਦੀ ਕਲਾਸ ਦੇ ਵਿੱਚ ਅਸੀਂ ਜਿਹੜਾ ਵਿਸ਼ਾ ਲਿਆ ਹੈ ਉਹ ਹੈ ਨਾਂਵ। ਠੀਕ ਹੈ ਜੀ, ਨਾਂਵ ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਨਾਊਨ ਜਾਂ ਹਿੰਦੀ ਦੇ ਵਿੱਚ ਅਸੀਂ ਉਸ ਨੂੰ ਸੰਗਿਆ ਬੋਲਦੇ ਹਾਂ। ਠੀਕ ਹੈ, ਤਾਂ ਨਾਂਵ ਕੀ ਹੁੰਦਾ ਹੈ? ਨਾਂਵ ਜਿਹੜਾ ਹੈ ਉਹ ਕੋਈ ਵੀ ਵਸਤੂ, ਕੋਈ ਵੀ ਸਥਾਨ, ਕੋਈ ਵੀ ਵਿਅਕਤੀ, ਕੋਈ ਪ੍ਰਾਣੀ, ਕੋਈ ਜੀਵ, ਕਿਸੇ ਵੀ ਵਸਤੂ ਦੇ ਨਾਮ ਨੂੰ ਅਸੀਂ ਨਾਂਵ ਕਹਿੰਦੇ ਹਾਂ। ਠੀਕ ਹੈ, ਜਾਂ ਅਸੀਂ ਉਸ ਨੂੰ ਨਾਉ ਕਹਿੰਦੇ ਹਾਂ। ਠੀਕ ਹੈ ਜੀ, ਤਾਂ ਨਾਮ ਜਿਹੜਾ ਹੈ ਅਸੀਂ ਪਹਿਲਾਂ ਉਸ ਦੀ ਪਰਿਭਾਸ਼ਾ ਦੇਖ ਲੈਂਦੇ ਹਾਂ। ਪਰਿਭਾਸ਼ਾ ਕੀ ਹੈ? ਵੀ ਕੋਈ ਵੀ ਸੰਸਾਰ ਦੇ ਵਿੱਚ ਕੋਈ ਵੀ ਐਸੀ ਵਸਤੂ ਨਹੀਂ ਹੈ ਜਿਸ ਦਾ ਕਿ ਨਾਮ ਨਾ ਹੋਵੇ। तो परिभाषा ये है कि कोई भी किसी भी व्यक्ति, वस्तु, जीव या स्थान आदि दे ਨਾਂ ਨੂੰ ਨਾਂਵ ਕਹਿੰਦੇ ਹਨ। ਹੁਣ ਅਸੀਂ ਉਦਾਹਰਨ ਲੈ ਲੈਂਦੇ ਹਾਂ, ਜਿਵੇਂ कोई भी शहर, फिर कोई भी पुस्तक या किताब, कोई भी नदी, मुंडा, कुड़ी आदि। ठीक है जी, किसी भी शहर, किताब, नदी, मुंडा, कुड़ी आदि आदि मतलब इस तो इलावा कोई भी वस्तु है उस दे ਨਾਂ ਨੂੰ ਅਸੀਂ ਨਾਂਵ ਕਹਿੰਦੇ ਹਾਂ। ਹੁਣ ਵੀ ਅਸੀਂ ਦੇਖਾਂਗੇ ਕਿ ਨਾਂਵ ਜਿਹੜਾ ਆ ਉਸ ਨੂੰ 5 ਭੇਦਾਂ ਦੇ ਵਿੱਚ ਵੰਡਿਆ ਗਿਆ ਹੈ। ਉਸ ਦੀਆਂ 5 ਕਿਸਮਾਂ ਨੇ। ਕਿਹੜੀਆਂ-ਕਿਹੜੀਆਂ ਨੇ 5 ਕਿਸਮਾਂ? ਸਭ ਤੋਂ ਪਹਿਲਾਂ ਜੇ ਅਸੀਂ ਕਰਾਂਗੇ ਆਮ ਨਾਂਵ, ਉਸ ਤੋਂ ਪਹਿਲਾਂ ਮੈਂ 5 ਕਿਸਮਾਂ ਠੀਕ ਹੈ ਜੀ। ਹੁਣ 5 ਜਿਹੜੀਆਂ ਕਿਸਮਾਂ ਨੇ ਉਹ ਕਿਹੜੀਆਂ-ਕਿਹੜੀਆਂ ਨੇ? ਆਮ ਨਾਂਵ, ਨੰਬਰ 2 ਖਾਸ ਨਾਂਵ, फिर जी नंबर 3 वस्तुवाचक नाम, ठीक है जी। नंबर 4 है इकट्ठवाचक नाम, अते नंबर 5 भाववाचक नाम। ठीक है, नाम किसी भी व्यक्ति, वस्तु, जीव ਜਾਂ ਸਥਾਨ ਆਦि ਦੇ ਨਾਂ ਨੂੰ ਨਾਮ ਕਹਿੰਦੇ ਹਨ। ਜਿਵੇਂ ਸ਼ਹਿਰ, ਕਿਤਾਬ, ਨਦੀ, ਮੁੰਡਾ, ਕੁੜੀ ਆਦि। ਉਸ ਤੋਂ ਬਾਅਦ ਵੀ ਨਾਮ ਦੀਆਂ ਜਿਹੜੀਆਂ ਕਿਸਮਾਂ ਨੇ ਉਹ 5 ਨੇ। ਆਮ ਨਾਮ, ਖਾਸ ਨਾਮ, ਵਸਤੂਵਾਚਕ ਨਾਮ, ਇਕੱਠਵਾਚਕ ਨਾਮ ਅਤੇ ਭਾਵਵਾਚਕ ਨਾਮ। ਹੁਣ ਜੇ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਉਹ ਆਮ ਨਾਮ ਕੀ ਹੈ। ਠੀਕ ਹੈ ਜੀ, तो आम नाम
ਆਮ ਨਾਮ ਨੂੰ ਵੀ ਅਸੀਂ ਜਾਤੀਵਾਚਕ ਨਾਮ ਵੀ ਬੋਲਦੇ ਹਾਂ। ਠੀਕ ਹੈ ਜੀ। ਆਮ ਨਾਮ, ਜਾਤੀਵਾਚਕ ਨਾਮ। ਆਮ ਨਾਮ ਕੀ ਹੁੰਦੇ ਹਨ? ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਅਜਿਹੇ ਨਾਮ ਜਿਹੜੇ ਕਿਸੇ ਜਾਤੀ ਦੇ ਲਈ ਵਰਤੇ ਜਾਂਦੇ ਹਨ, ਪੂਰੀ ਜਾਤੀ ਦੇ ਲਈ ਵਰਤੇ ਜਾਂਦੇ ਹਨ। ਜਿਵੇਂ ਕਿ ਅਸੀਂ ਉਦਾਹਰਨ ਦੇ ਤੌਰ ਤੇ ਮੁੰਡਾ ਹੈ, ਕੁੜੀ ਹੈ, ਕੁਰਸੀ ਹੈ, ਕੋਈ ਵੀ ਐਸੀ ਮੇਜ਼ ਹੈ, ਪੈਨ, ਪੈਨਸਿਲ, ਨਦੀ, ਇਹ ਜਿਹੜੇ ਨਾਮ ਨੇ ਉਹ ਆਮ ਨਾਮ ਨੇ। ਠੀਕ ਹੈ ਜੀ। ਤਾਂ ਕਿਸੇ ਆਮ ਵਸਤੂ ਦੇ ਲਈ, ਜਿਹੜੀ ਕਿ ਖਾਸ ਨਾ ਹੋਵੇ, ਆਮ ਹੋਵੇ, ਅਜਿਹੀ ਵਸਤੂ ਦੇ ਲਈ, ਅਜਿਹੇ ਵਿਅਕਤੀ ਦੇ ਲਈ ਜੋ ਵੀ ਨਾਮ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਆਮ ਨਾਮ ਕਹਿੰਦੇ ਹਾਂ। ਜਿਵੇਂ ਪਹਿਲਾਂ ਅਸੀਂ ਇਸ ਦੀ ਜੋ ਹੈ ਪਰਿਭਾਸ਼ਾ ਲਿਖਾਂਗੇ। ਆਮ ਨਾਮ ਕਿਸੇ ਆਮ ਵਿਅਕਤੀ, वस्तु, स्थान आदि दे नाम नूं आम नाम कहते हैं। ठीक है जी। तो इस दियां जो उदाहरण ने वो असीं देखांगे हुणे। आम नाम, आम वस्तु, व्यक्ति, स्थान आदि का नाम जो है वो नाम है। ठीक है जी। आम नाम है जिवें मेज, कुर्सी, फल, पुस्तक आदि। हुण है जी नंबर 2 ते खास नाम। खास नाम ਨੂੰ ਵੀ ਅਸੀਂ ਨਿਜਵਾਚਕ ਨਾਮ ਵੀ ਆਖਦੇ ਹਾਂ। ਆਮ ਨਾਮ ਜਿੱਥੇ ਆਮ ਵਸਤੂਆਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਆ, ਉੱਥੇ ਖਾਸ ਨਾਮ ਜਿਹੜੇ ਆ ਉਹ ਸਾਨੂੰ ਖਾਸ ਵਸਤੂਆਂ ਦੇ ਬਾਰੇ ਵਿੱਚ ਦੱਸਦੇ ਆ, ਖਾਸ ਵਿਅਕਤੀਆਂ ਦੇ ਬਾਰੇ ਦੱਸਦੇ ਆ, ਖਾਸ ਸਥਾਨ ਦੇ ਬਾਰੇ ਦੱਸਦੇ ਆ। ਅਜਿਹੇ ਨਾਮ ਜਿਹੜੇ ਕਿ ਕਿਸੇ ਖਾਸ ਵਿਅਕਤੀ, ਵਸਤੂ, ਸਥਾਨ, ਕਿਸੇ ਜੀਵ, ਕਿਸੇ ਵੀ ਵਸਤੂ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਦਿੰਦੇ ਹਨ ਜਾਂ ਉਹਨਾਂ ਤੋਂ ਪਤਾ ਲੱਗਦਾ ਹੈ, ਉਸ ਨੂੰ ਅਸੀਂ ਖਾਸ ਨਾਮ ਕਹਿੰਦੇ ਹਾਂ। ਜਿਵੇਂ ਕਿ ਅਸੀਂ ਪਹਿਲਾਂ ਪਰਿਭਾਸ਼ਾ ਲਿਖਾਂਗੇ, ਫਿਰ ਉਦਾਹਰਨ ਦਿੰਦੇ ਹਾਂ ਅਸੀਂ। ਜਿਵੇਂ ਖਾਸ ਨਾਮ ਕਿਸੇ ਖਾਸ ਵਿਅਕਤੀ, ਵਸਤੂ, ਸਥਾਨ ਆਦि ਲਈ ਵਰਤੇ ਜਾਂਦੇ ਹਨ। ਜਿਵੇਂ ਹਾਂਜੀ, ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਇੱਥੇ ਸਾਡੇ ਕੋਲ ਪੁਸਤਕ ਹੈ ਆਮ ਨਾਮ ਦੇ ਵਿੱਚ। ਤੁਹਾਨੂੰ ਸਮਝਾਉਣ ਵਾਸਤੇ ਮੈਂ ਇਹੀ ਉਦਾਹਰਨ ਜਿਹੜੀ ਉਹ ਲੈ ਰਹੀ ਹਾਂ ਕਿ ਪੁਸਤਕ ਹੈ।
पुस्तक जिहड़ी है वो असीं किसी पुस्तक ਲਈ भी शब्द पुस्तक वरतदे हां, ठीक है जी। लेकिन जदों इत्थे असीं पुस्तक दी जगह असीं इत्थे लैने नाम गीता, ठीक है। गीता की है, एक पवित्र पुस्तक है, ठीक है। तो इस करके ये खास नाम है। या असीं लै लईए बाइबल, ठीक है जी, एक खास नाम है। जे हुण असी नदी जिहड़ी है वो आम नाम है, तो असी जदों असी गंगा की गल करांगे, गंगा, तो वो की है खास नाम। इसी प्रकार जे शहर आम नाम है, तो असी जे दिल्ली लिखांगे तो वो है खास नाम। तो ये फर्क है जी खास नाम अते आम नाम दे विच, ठीक है। जिस तरह चंद, सूरज आदि, ठीक है जी। आम नाम ते खास नाम दे विच ये फर्क है। नंबर 3 ते असीं लैंदे हां वस्तुवाचक नाम। वस्तुवाचक नाम उन्हां वस्तुआं दे लई वरते जांदे हन ਜਿਹੜੀਆਂ कि ਤੋਲੀਆਂ ਜਾਣ, ਮਿਣੀਆਂ ਜਾਣ, ਮਾਪੀਆਂ ਜਾਣ। ਅਜਿਹੀਆਂ ਵਸਤੂਆਂ ਜਿਨ੍ਹਾਂ ਨੂੰ ਤੋਲਿਆ ਜਾਂਦਾ ਹੈ, ਮਿਣਿਆ ਜਾਂਦਾ ਹੈ, ਮਾਪਿਆ ਜਾਂਦਾ ਹੈ, ਉਹਨਾਂ ਨੂੰ ਅਸੀਂ ਵਸਤੂਵਾਚਕ ਨਾਮ ਕਹਿੰਦੇ ਹਾਂ। ਉਦਾਹਰਨ ਕਿਸੇ ਤੋਲੀਆਂ, ਮਾਪੀਆਂ, ਮਿਣੀਆਂ। ਜਾਣ ਵਾਲੀਆਂ ਵਸਤੂਆਂ ਨੂੰ वस्तुवाचक नाम कहा जाता है। जिवें हाँ जी, जिहड़ियां किहड़ियां वस्तुआं ने, जिवें असीं लै सकदे हां दुध मिणिया जांदा है, घिओ मिणिया जांदा है, पानी मिणिया जांदा है, फिर कपड़ा, चौल या चावल, आटा, आदि, ठीक है जी। वस्तुवाचक नाम किसी तोलियां, मापियां, मिणियां जाण वालियां वस्तुआं नूं ਜਿਹੜੇ ਅਸੀਂ शब्द ਵਰਤਦੇ ਹਾਂ ਉਹਨਾਂ ਨੂੰ ਅਸੀਂ ਵਸਤੂਵਾਚਕ ਨਾਮ ਕਹਿੰਦੇ ਹਾਂ। ਜਿਵੇਂ ਦੁੱਧ ਹੈ, ਘਿਓ ਹੈ, ਕਿਲੋ ਦੇ ਵਿੱਚ ਮਿਣਿਆ ਜਾਂਦਾ ਹੈ, ਤੋਲਿਆ ਜਾਂਦਾ ਹੈ। ਦੁੱਧ ਹੈ, ਉਸ ਨੂੰ ਲੀਟਰਸ ਦੇ ਵਿੱਚ ਤੋਲਿਆ ਜਾਂਦਾ, ਮਿਣਿਆ ਜਾਂਦਾ ਹੈ। ਫਿਰ ਪਾਣੀ ਹੈ, ਫਿਰ ਕੱਪੜਾ ਹੈ, ਚਾਵਲ ਹੈ, ਆਟਾ ਹੈ, ਆਦि, ठीक है जी। इस तरह तोलियां ते मिणिया जाण वालियां वस्तुआं लई जिहड़े असीं शब्द वरतदे हां उन्हां नूं असीं वस्तुवाचक नाम कहंदे हां। चौथे नंबर ते है जी साडे कोल इकट्ठवाचक नाम। इकट्ठ शब्द तो ही यह पता चलता है भी कि अजिहे नाम किसी भी वस्तु, किसी भी जीव, किसी भी प्राणी
ਦੇ ਇਕੱਠ ਦੇ ਲਈ ਜੋ ਇੱਕ ਨਾਮ ਵਰਤਿਆ ਜਾਂਦਾ ਹੈ। ਮੰਨ ਲਓ ਕੁਝ ਬੱਚੇ ਨੇ, ਜੇ ਉਹ ਕਲਾਸ ਦੇ ਵਿੱਚ ਬੈਠੇ ਹਨ, ਸ਼੍ਰੇਣੀ ਦੇ ਵਿੱਚ ਬੈਠੇ ਹਨ, ਤਾਂ ਜਿਹੜੀ ਸ਼੍ਰੇਣੀ ਹੈ, ਕਲਾਸ ਹੈ, ਜਮਾਤ ਹੈ, ਬੇਸ਼ੱਕ ਉਸ ਦੇ ਵਿੱਚ ਬੱਚੇ ਬੈਠੇ ਇਕੱਠੇ, ਤਾਂ ਉਸ ਨੂੰ ਅਸੀਂ ਕਲਾਸ, ਸ਼੍ਰੇਣੀ ਜਾਂ ਜਮਾਤ ਕਹਿੰਦੇ ਹਾਂ। ਠੀਕ ਹੈ ਜੀ। ਤਾਂ ਉਹਨਾਂ ਬੱਚਿਆਂ ਦੇ ਸਮੂਹ ਦੇ ਲਈ, ਉਹਨਾਂ ਬੱਚਿਆਂ ਦੇ ਗਰੁੱਪ ਦੇ ਲਈ ਜੋ ਇੱਕ ਨਾਮ ਵਰਤਿਆ ਗਿਆ ਹੈ, ਸ਼੍ਰੇਣੀ, ਜਮਾਤ ਜਾਂ ਕਲਾਸ, ਉਹ ਇੱਕ ਇਕੱਠਵਾਚਕ ਨਾਮ ਹੈ। ਇਸੇ ਤਰ੍ਹਾਂ ਜਾਨਵਰਾਂ ਦੇ ਸਮੂਹ ਨੂੰ, ਜਾਨਵਰਾਂ ਦੇ ਇਕੱਠ ਦੇ ਲਈ ਅਸੀਂ ਜਿਹੜਾ ਹੈ ਉਹ ਇੱਜੜ ਸ਼ਬਦ ਵਰਤਦੇ ਹਾਂ। ਇੱਜੜ ਇਕੱਠਵਾਚਕ ਨਾਮ ਹੈ। ਜਾਂ ਫਿਰ ਪੰਛੀਆਂ ਦੇ ਸਮੂਹ ਦੇ ਲਈ, ਜੋ ਪੰਛੀ ਨੇ ਇਕੱਠੇ ਹੈ, ਸਮੂਹ ਦੇ ਵਿੱਚ ਹੈ, ਉਸ ਨੂੰ ਅਸੀਂ ਇਕੱਠਵਾਚਕ ਨਾਮ ਦੇ ਲਈ ਉਹਨਾਂ ਨੂੰ ਦੇਣ ਵਾਸਤੇ ਅਸੀਂ ਡਾਰ ਦੀ ਵਰਤੋਂ ਕਰਦੇ ਹਾਂ। ਡੱਡੇ ਨੂੰ ਕੰਨਾ ਰਾਰਾ ਡਾਰ। ਜਿਵੇਂ ਅਸਮਾਨ ਦੇ ਵਿੱਚ ਪੰਛੀਆਂ ਦੀ ਡਾਰ ਜਾ ਰਹੀ ਹੈ, ਉੱਡ ਰਹੀ ਹੈ। ਠੀਕ ਹੈ ਜੀ। ਤੋ ਇਸ ਤਰ੍ਹਾਂ ਜਿਹੜਾ ਹੈ ਅਲੱਗ-ਅਲੱਗ ਸਮੂਹਾਂ ਦੇ ਲਈ, ਅਲੱਗ-ਅਲੱਗ ਸਮੂਹਾਂ ਦੇ ਲਈ ਜੋ ਇੱਕ ਸ਼ਬਦ ਵਰਤਿਆ ਜਾਵੇ ਉਸ ਨੂੰ ਅਸੀਂ ਇਕੱਠਵਾਚਕ ਨਾਮ ਆਖਦੇ ਹਾਂ। ਠੀਕ ਹੈ ਜੀ। ਜਿਵੇਂ ਫੁੱਲ ਨੇ, ਫੁੱਲ ਇਕੱਠੇ ਨੇ, ਅਸੀਂ ਉਸ ਲਈ ਅਸੀਂ ਕੀ ਵਰਤੋਂ ਕਰਦੇ ਹਾਂ? ਗੁਲਦਸਤਾ। ਫੁੱਲਾਂ ਦੇ ਸਮੂਹ ਲਈ ਗੁਲਦਸਤਾ ਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਜੇ ਫੌਜੀ ਨੇ, ਫੌਜੀਆਂ ਦਾ ਸਮੂਹ ਹੈ, ਇਕੱਠ ਹੈ, ਤਾਂ ਅਸੀਂ ਉਸ ਨੂੰ ਫੌਜ ਬੋਲਦੇ ਹਾਂ। ਤਾਂ ਇੱਕ ਨਾਮ ਅਜਿਹਾ ਜਿਹੜਾ ਕਿਸੇ ਇਕੱਠ ਦੇ ਲਈ ਵਰਤਿਆ ਜਾਂਦਾ ਹੈ, ਉਸ ਨੂੰ ਅਸੀਂ ਇਕੱਠਵਾਚਕ ਨਾਮ ਆਖਦੇ ਹਾਂ। ਆਓ ਇਸ ਦੀ ਜਿਹੜੀ ਪਰਿਭਾਸ਼ਾ ਅਸੀਂ ਦੇਖਦੇ ਹਾਂ। ਕਿਸੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਸ਼ਬਦ ਇਕੱਠਵਾਚਕ ਨਾਮ ਹੁੰਦੇ ਹਨ। ਜਿਵੇਂ ਜਿਵੇਂ ਹੁਣ ਜੇ ਅਸੀਂ ਜਾਨਵਰਾਂ ਦਾ ਸਮੂਹ ਦੀ ਗੱਲ ਕਰੀਏ, ਉਸ ਟਾਈਮ ਤੇ ਹੋਏਗਾ ਝੁੰਡ। ਝੁੰਡ ਵੀ ਅਸੀਂ ਬੋਲ ਸਕਦੇ ਹਾਂ, ਇੱਜੜ ਵੀ ਬੋਲ ਸਕਦੇ ਹਾਂ। ਠੀਕ ਹੈ। ਝੁੰਡ ਇਕੱਠਵਾਚਕ ਨਾਮ ਹੈ। ਫਿਰ ਹੈ ਵੀ ਡਾਰ, ਪੰਛੀਆਂ ਦਾ ਸਮੂਹ, ਪੰਛੀਆਂ ਦਾ ਗਰੁੱਪ। ਸਭਾ ਹੈ ਕੋਈ। ਫਿਰ ਅਸੀਂ ਸੰਗਤ ਸ਼ਬਦ ਜਿਹੜਾ ਇਕੱਠਵਾਚਕ ਨਾਮ ਹੈ। ਫਿਰ ਅਸੀਂ ਲਿਖ ਸਕਦੇ ਹਾਂ ਫੌਜ ਅਤੇ ਜਮਾਤ ਜਾਂ ਸ਼੍ਰੇਣੀ ਆਦਿ। ਅਜਿਹੇ ਨਾਮ ਜੋ ਕਿਸੇ ਇਕੱਠ ਦੇ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਇਕੱਠਵਾਚਕ ਨਾਮ ਆਖਦੇ ਹਾਂ। ਠੀਕ ਹੈ ਜੀ। ਇਹ ਹੈ ਇਕੱਠਵਾਚਕ ਨਾਮ ਦੀ ਪਰਿਭਾਸ਼ਾ ਅਤੇ ਉਸਦੀ ਉਦਾਹਰਣ। ਹੁਣ ਅਗਲਾ ਜਿਹੜਾ ਸਾਡੇ ਕੋਲ ਹੈ ਉਹ ਹੈ ਭਾਵਵਾਚਕ ਨਾਮ। ਹਾਂਜੀ। ਭਾਵਵਾਚਕ ਨਾਮ ਅਜਿਹੇ ਨਾਮ ਹੁੰਦੇ ਹਨ, ਜਾਂ ਅਸੀਂ ਕਹਿ ਸਕਦੇ ਹਾਂ ਕਿ ਅਜਿਹੇ ਸ਼ਬਦ ਹੁੰਦੇ ਹਨ ਜਿਹੜੇ ਕਿ ਕਿਸੇ ਜੋ ਵਸਤੂ ਹੈ ਉਸ ਨੂੰ ਅਸੀਂ ਦੇਖ ਨਹੀਂ ਸਕਦੇ, ਉਸ ਨੂੰ ਅਸੀਂ ਛੂ ਨਹੀਂ ਸਕਦੇ, ਸਿਰਫ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਵੇਂ ਕਿ ਕੋਈ ਅਸੀਂ ਵਸਤੂ ਜਿਹੜੀ ਉਹ ਖਾਂਦੇ ਹਾਂ ਤਾਂ ਉਸ ਦਾ ਜਿਹੜਾ ਸਵਾਦ ਹੈ ਉਹ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ। ਠੀਕ ਹੈ ਜੀ। ਉਸ ਨੂੰ ਦੇਖਿਆ ਨਹੀਂ ਜਾ ਸਕਦਾ ਅਤੇ ਉਸ ਨੂੰ ਛੂਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਦੁੱਖ ਹੈ, ਸੁੱਖ ਹੈ, ਅਜਿਹੇ ਭਾਵ ਜਿਹੜੇ ਕਿ ਅਸੀਂ ਵਿਅਕਤ ਕਰ ਸਕਦੇ ਹਾਂ, ਲੇਕਿਨ ਅਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ, ਲੇਕਿਨ ਅਸੀਂ ਉਹਨਾਂ ਨੂੰ ਛੂ ਨਹੀਂ ਸਕਦੇ ਅਤੇ ਉਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ। ਅਜਿਹੇ ਨਾਮ ਜਿਹੜੇ ਹੁੰਦੇ ਨੇ, ਅਜਿਹੇ ਸ਼ਬਦ ਜਿਹੜੇ ਵਸਤੂਆਂ ਲਈ ਜਾਂ ਜਿਨ੍ਹਾਂ ਨਾਵਾਂ ਲਈ ਵਰਤੇ ਜਾਂਦੇ ਆ, ਉਹਨਾਂ ਨੂੰ ਅਸੀਂ ਭਾਵਵਾਚਕ ਨਾਮ ਆਖਦੇ ਹਾਂ। ਉਦਾਹਰਨ
ਅਜਿਹੇ ਸ਼ਬਦ ਜੋ ਕਿਸੇ ਵਸਤੂ ਲਈ ਵਰਤੇ ਜਾਣ, ਜਿਨ੍ਹਾਂ ਨੂੰ ਛੂਹਿਆ ਜਾਂ ਦੇਖਿਆ ਨਾ ਜਾ ਸਕੇ। ਕੇਵਲ ਮਹਿਸੂਸ ਕੀਤਾ ਜਾ ਸਕੇ। ਮਹਿਸੂਸ ਕੀਤਾ ਜਾਵੇ। ਉਹਨਾਂ ਨੂੰ ਅਸੀਂ ਭਾਵਵਾਚਕ ਨਾਮ ਕਹਿੰਦੇ ਹਾਂ। ਜਿਵੇਂ ਕੌੜਾ, ਮਿੱਠਾ, ਸੁੱਖ, ਦੁੱਖ, ਗਰਮੀ ਅਤੇ ਸਰਦੀ ਆਦਿ। ਇਹ ਸੀ ਜੀ ਅੱਜ ਦਾ ਵਿਸ਼ਾ ਨਾਂਵ ਅਤੇ ਉਸ ਦੀਆਂ ਕਿਸਮਾਂ। ਉਮੀਦ ਹੈ ਸਮਝ ਆਇਆ ਹੋਵੇਗਾ। ਬਹੁਤ ਬਹੁਤ ਸ਼ੁਕਰੀਆ।